ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਸ਼ਪਾਲ ਸਿੰਘ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੀ ਪੇਡ YouTube ਚੈਨਲ ਆਰਕੇ ਸਟੱਡੀ ਐਗਜ਼ਾਮ ਦੇ ਵਿੱਚ। ਸੋ ਦੋਸਤੋ, ਇਸ ਕਲਾਸ ਦੇ ਵਿੱਚ ਅੱਜ ਆਪਾਂ ਇਕਨੋਮਿਕਸ ਦੇ ਨਾਲ ਰਿਲੇਟਡ 5 ਸਾਲਾ ਯੋਜਨਾ ਹੈ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ 5 ਈਅਰ ਪਲਾਨਸ ਕਹਿੰਦੇ ਆ। ਸੋ ਉਸ ਨਾਲ ਕੁਝ ਰਿਲੇਟਡ MCQ ਕੁਐਸਚਨ ਡਿਸਕਸ ਕਰਾਂਗੇ ਅਤੇ ਸਪੈਸ਼ਲੀ ਐਗਜ਼ਾਮ ਦੇ ਜੋ ਸਿਲੇਬਸ ਹੈ ਆਪਣੇ ਪੁਲਿਸ ਦਾ ਅਤੇ ਜੋ ਪਟਵਾਰੀ ਦਾ ਉਸ ਦੇ ਵਿੱਚ ਸਪੈਸ਼ਲ ਦਿੱਤਾ ਹੋਇਆ ਟੌਪਿਕ ਇਹ ਅਤੇ ਕੁਐਸਚਨ ਪਿਛਲੇ ਐਗਜ਼ਾਮਾਂ ਦੇ ਵਿੱਚ ਬਣੇ ਵੀ ਹੋਏ ਨੇ। ਸੋ ਇਹਨਾਂ ਰਿਲੇਟਡ ਠੀਕ ਹੈ, ਤਾਂ ਇਹਨਾਂ ਨੂੰ ਆਪਾਂ ਇੰਪੋਰਟੈਂਟ ਚੈਪਟਰ ਕਹਿ ਸਕਦੇ ਹਾਂ। ਤਾਂ ਵੀਡੀਓ ਨੂੰ ਧਿਆਨ ਨਾਲ ਵੇਖਿਓ ਗਾਇਸ, ਅਤੇ ਨਾਲ ਤੁਹਾਨੂੰ ਜਾਣਕਾਰੀ ਹੋਏਗੀ ਕੁਐਸਚਨਾਂ ਦੇ ਨਾਲ ਉਹ ਵੀ ਆਪਾਂ ਡਿਸਕਸ ਕਰਦੇ ਚੱਲਾਂਗੇ। ਅਤੇ ਇਸ ਦੀ PDF ਤੁਹਾਨੂੰ ਮਿਲ ਜਾਏਗੀ ਟੈਲੀਗ੍ਰਾਮ ਚੈਨਲ ਦੇ ਉੱਪਰ। ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਡੀਅਰ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ। ਅਤੇ ਬਿਨਾਂ ਟਾਈਮ ਵੇਸਟ ਹੋਏ ਅੱਜ ਦੀ ਕਲਾਸ ਨੂੰ ਸਟਾਰਟ ਕਰਦੇ ਹਾਂ ਆਪਾਂ। ਫਸਟ ਕੁਐਸਚਨ ਆਪਣੇ ਕੋਲ ਵੇਖੋ, ਭਾਰਤ ਦੀ ਪਹਿਲੀ 5 ਸਾਲਾ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਸੀ? ਸੋ ਸਭ ਨੂੰ ਪਤਾ ਹੀ ਉਹ ਤਾਂ ਰਾਈਟ ਆਨਸਰ ਆਪਸ਼ਨ ਨੰਬਰ D 1951 ਦੇ ਵਿੱਚ। 1951 ਦੇ ਵਿੱਚ ਕੀਤੀ ਗਈ ਸੀ ਫਸਟ 5 ਈਅਰ ਪਲਾਨਸ। ਠੀਕ ਹੈ, ਅਤੇ ਇਸ ਦੇ ਨਾਲ ਜੁੜੀ ਜਾਣਕਾਰੀ ਦੇਖੋ ਥੋੜ੍ਹੀ ਜਿਹੀ। ਸੋ ਤੁਹਾਨੂੰ ਇਹ ਮੈਂ ਕਿਉਂ ਲਿਖੀ ਹੈ ਕਿਉਂਕਿ ਤੁਹਾਨੂੰ ਇਹ PDF ਦੇ ਰੂਪ ਦੇ ਵਿੱਚ ਵੀ ਉੱਥੇ ਹੀ ਮਿਲ ਜਾਏਗੀ। ਪਹਿਲੀ 5 ਸਾਲਾ ਯੋਜਨਾ ਦੀ ਮਿਆਦ 1951 ਤੋਂ 1956 ਤੱਕ ਸੀ। ਇਹ ਯੋਜਨਾ ਸਫਲ ਰਹੀ ਅਤੇ ਵਿਕਾਸ ਦਰ 3.6% ਪ੍ਰਾਪਤ ਹੋਈ ਜੋ ਕਿ ਇਸ ਟੀਚੇ ਤੋਂ ਵੱਧ ਸੀ। ਠੀਕ ਹੈ, ਤਾਂ ਯਾਦ ਰੱਖਿਓ ਇਹ। ਨੈਕਸਟ ਕੁਐਸਚਨ, ਭਾਰਤ ਦੀ ਪਹਿਲੀ 5 ਸਾਲਾ ਯੋਜਨਾ ਕਿਸ ਮਾਡਲ 'ਤੇ ਆਧਾਰਿਤ ਸੀ? ਅਤੇ ਗਾਈਸ ਤੁਹਾਨੂੰ ਮੈਂ 2-3 ਸੈਕਿੰਡ ਦਾ ਸਮਾਂ ਦਿਆ ਕਰਾਂਗਾ। ਅਗਰ ਤੁਹਾਨੂੰ ਆਨਸਰ ਆਉਂਦਾ ਤੁਸੀਂ ਆਪ ਵੀ ਗੈਸ ਕਰਿਆ ਕਰੋ ਪਹਿਲਾਂ ਮੇਰੇ ਤੋਂ। ਰਾਈਟ ਆਨਸਰ ਇਸ ਦਾ ਆਪਸ਼ਨ ਨੰਬਰ B ਹੈਰੋਡ ਡੋਮਰ ਮਾਡਲ 'ਤੇ। ਸੋ ਭਾਰਤ ਦੀ ਜੋ ਪਹਿਲੀ 5 ਸਾਲਾ ਯੋਜਨਾ ਸੀ ਸੋ ਤੁਹਾਨੂੰ ਦੱਸਦਾ ਉਹ 1951 ਤੋਂ 1956 ਦੇ ਵਿੱਚ ਰਹੀ ਸੀ। ਅਤੇ ਇਹ ਯੋਜਨਾ ਸੀ ਜੋ ਕਿਸ ਮਾਡਲ 'ਤੇ ਆਧਾਰਿਤ ਸੀ? ਹੈਰੋਡ ਡੋਮਰ ਮਾਡਲ 'ਤੇ। ਅਤੇ ਇਸ ਦੇ ਨਾਲ ਵੀ ਥੋੜ੍ਹੀ ਜਿਹੀ ਜੁੜੀ ਜਾਣਕਾਰੀ ਵੇਖੋ। ਇਹ ਮੁੱਖ ਤੌਰ 'ਤੇ ਮੁੱਢਲੇ ਸੈਕਟਰ ਦੇ ਵਿਕਾਸ ਖਾਸ ਕਰਕੇ ਖੇਤੀਬਾੜੀ ਅਤੇ ਸਿੰਚਾਈ ਦੇ ਵਿਕਾਸ 'ਤੇ ਕੇਂਦਰਿਤ ਹੈ। ਅਰਥ ਸ਼ਾਸਤਰੀ KN ਰਾਜ ਯੋਜਨਾ ਹੈਰੋਡ ਡੋਮਰ ਮਾਡਲ 'ਤੇ ਆਧਾਰਿਤ ਸੀ ਜਿਸ ਨੇ ਸੁਝਾਅ ਦਿੱਤਾ ਸੀ ਕਿ ਵਾਧਾ ਦੋ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਠੀਕ ਹੈ, ਸੋ ਕਿਹੜੇ ਅਰਥ ਸ਼ਾਸਤਰੀ ਸੀ? KN ਰਾਜ, ਜਿਹਨੇ ਕਿ ਇਹ ਮਾਡਲ ਆਧਾਰਿਤ ਸੀ। ਸੋ ਯੋਜਨਾ ਹੈਰੋਡ ਡੋਮਰ, ਠੀਕ ਹੈ, ਉਹਨਾਂ ਨੇ ਸੁਝਾਅ ਦਿੱਤਾ ਸੀ ਇਹ, ਤਾਂ ਯਾਦ ਰੱਖਣਾ ਹੈ ਗਾਈਜ਼। ਸੋ ਜ਼ਿਆਦਾ ਫੋਕਸ ਖੇਤੀਬਾੜੀ ਅਤੇ ਸਿੰਚਾਈ ਦੇ ਵਿਕਾਸ 'ਤੇ ਕੇਂਦਰਿਤ ਸੀ ਇਹ। ਨੈਕਸਟ ਕੁਐਸਚਨ, ਭਾਰਤ ਦੀ ਪਹਿਲੀ 5 ਸਾਲਾ ਯੋਜਨਾ ਦਾ ਮੁੱਖ ਨਿਸ਼ਾਨਾ ਕੀ ਸੀ? ਸੋ ਜੋ ਕਿ ਪਹਿਲੀ 5 ਸਾਲਾ ਯੋਜਨਾ ਸੀ ਉਸ ਦਾ ਮੁੱਖ ਟਾਰਗੇਟ ਕੀ ਰੱਖਿਆ ਗਿਆ ਸੀ? ਸੋ ਹੁਣੇ ਆਪਾਂ ਡਿਸਕਸ ਕੀਤਾ ਹੈ। ਸੋ ਰਾਈਟ ਆਨਸਰ ਆਪਸ਼ਨ ਨੰਬਰ B ਖੇਤੀਬਾੜੀ ਦੇ ਵਿਕਾਸ ਦੇ ਵਿੱਚ। ਠੀਕ ਹੈ ਗਾਇਸ, ਸੋ ਖੇਤੀਬਾੜੀ ਦੇ ਵਿਕਾਸ ਦੇ ਲਈ ਪਹਿਲੀ 5 ਸਾਲਾ ਯੋਜਨਾ ਸੀ ਜੋ ਉਸ ਦਾ ਮੁੱਖ ਨਿਸ਼ਾਨਾ ਰੱਖਿਆ ਗਿਆ ਸੀ। ਅਤੇ ਪਹਿਲੀ 5 ਸਾਲਾ ਯੋਜਨਾ ਦਾ ਮੁੱਖ ਫੋਕਸ ਸੀ ਜੋ ਦੇਸ਼ ਦਾ ਖੇਤੀਬਾੜੀ ਵਿਕਾਸ ਸੀ। ਰੁਜ਼ਗਾਰ ਪੈਦਾ ਕਰਨ ਦੇ ਮਾਮਲੇ ਵਿੱਚ ਖੇਤੀਬਾੜੀ ਅੱਜ ਵੀ ਭਾਰਤੀ ਅਰਥਤੰਤਰ ਦੀ ਰੀੜ੍ਹ ਦੀ ਹੱਡੀ ਹੈ, ਸਭ ਨੂੰ ਪਤਾ ਹੀ ਹੈ। ਸੋ ਆਪਣੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿੱਥੇ ਵੀ ਲੈ ਲਓ, ਸੋ ਖੇਤੀਬਾੜੀ ਮੁੱਖ ਧੰਦਾ ਆਪਣੇ ਲਈ ਰੁਜ਼ਗਾਰ ਦਾ। ਠੀਕ ਹੈ ਗਾਇਸ, ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ। ਗਰੀਬੀ ਹਟਾਓ ਦਾ ਨਾਅਰਾ ਕਿਸ ਯੋਜਨਾ ਵਿੱਚ ਦਿੱਤਾ ਗਿਆ ਸੀ? ਰਾਈਟ ਆਨਸਰ ਇਸ ਦਾ ਆਪਸ਼ਨ ਨੰਬਰ D 5ਵੀਂ 5 ਸਾਲਾ ਯੋਜਨਾ ਦੇ ਵਿੱਚ। ਸੋ ਗਰੀਬੀ ਹਟਾਓ ਦਾ ਨਾਅਰਾ ਸੀ ਜੋ 5ਵੀਂ 5 ਸਾਲਾ ਯੋਜਨਾ ਦੇ ਵਿੱਚ ਦਿੱਤਾ ਗਿਆ ਸੀ। ਅਤੇ ਇਸ ਦਾ ਜੋ ਉਦੇਸ਼ ਸੀ ਗਰੀਬੀ ਹਟਾਓ ਦਾ, ਇਸ ਦਾ ਕੀ ਮੋਟਿਵ ਰੱਖਿਆ ਗਿਆ ਸੀ? ਅਤੇ ਥੋੜ੍ਹੀ ਜਿਹੀ ਉਲਟ ਪੈ ਗਈ ਸੀ। ਦੇਖੋ, ਇੰਦਰਾ ਗਾਂਧੀ ਦੇ ਰਾਜਨੀਤਿਕ ਵਿਰੋਧੀਆਂ ਨੇ ਇੰਦਰਾ ਹਟਾਓ ਯਾਨੀ ਕਿ ਇੰਦਰਾ ਨੂੰ ਹਟਾਓ ਦੇ ਨਾਅਰੇ ਮੁਹਿੰਮ ਚਲਾਈ ਸੀ, ਪਰ ਇੰਦਰਾ ਗਾਂਧੀ ਨੇ ਇਸ ਨੂੰ ਟਵੀਟ ਕੀਤਾ ਅਤੇ ਇਸ ਦਾ ਨਾਮ ਗਰੀਬੀ ਹਟਾਓ ਰੱਖ ਦਿੱਤਾ ਸੀ। ਠੀਕ ਹੈ, ਅਤੇ ਇੰਦਰਾ ਗਾਂਧੀ ਜੀ ਨੇ 1971 ਦੀਆਂ ਚੋਣਾਂ ਦੇ ਵਿੱਚ ਗਰੀਬੀ ਹਟਾਓ ਦੇਸ਼ ਬਚਾਓ ਦੇ ਨਾਅਰੇ ਦੀ ਵਰਤੋਂ ਕੀਤੀ। ਅਤੇ ਚੌਥੀ 5 ਸਾਲਾ ਯੋਜਨਾ ਦੀ ਮਿਆਦ ਸੀ ਜੋ 1969 ਤੋਂ 1974 ਤੱਕ ਸੀ। ਠੀਕ ਹੈ ਗਾਇਜ਼, ਤਾਂ ਤੁਸੀਂ ਯਾਦ ਰੱਖਣਾ ਇਹ। ਸੋ ਜੋ ਉਹਨਾਂ ਦੇ ਇੰਦਰਾ ਗਾਂਧੀ ਰਾਜਨੀਤਿਕ ਵਿਰੋਧੀ ਸੀ ਸੋ ਉਹਨਾਂ ਨੇ ਨਾਅਰਾ ਲਗਾਏ ਸੀ ਇੰਦਰਾ ਹਟਾਓ, ਪਰ ਇੰਦਰਾ ਗਾਂਧੀ ਨੇ ਟਵੀਟ ਕੀਤਾ ਸੀ ਕਿ ਗਰੀਬੀ ਹਟਾਓ। ਠੀਕ ਹੈ, ਸੋ ਉਹਨਾਂ ਦੇ ਉਲਟ ਪਾਤਾ ਸੀ। ਤਾਂ ਇਹ ਕਿਹੜੀ ਯੋਜਨਾ ਸੀ? ਤਾਂ 5ਵੀਂ 5 ਸਾਲਾ ਯੋਜਨਾ, ਜਿਸ ਦੇ ਵਿੱਚ ਉਦੇਸ਼ ਸੀ ਉਹਨਾਂ ਦਾ ਵੀ ਗਰੀਬੀ ਹਟਾਓ। ਤਾਂ ਯਾਦ ਰੱਖਣਾ ਇਹ। ਨੈਕਸਟ ਕੁਐਸਚਨ, ਕਿਹੜੀ 5 ਸਾਲਾ ਯੋਜਨਾ ਵਿੱਚ ਭਾਰਤ ਨੇ ਮਿਸ਼ਰਤ ਅਰਥਚਾਰੇ ਦੀ ਚੋਣ ਕੀਤੀ? ਤਾਂ ਗਾਇਸ ਜੋ ਕਿ 5 ਈਅਰ ਪਲਾਨ ਸੀ ਜਿਸ ਦੇ ਵਿੱਚ ਮਿਕਸਡ ਇਕੋਨਮੀ ਦੀ ਚੋਣ ਕੀਤੀ ਗਈ ਸੀ। ਰਾਈਟ ਆਨਸਰ ਆਪਸ਼ਨ ਨੰਬਰ A ਪਹਿਲਾ। ਠੀਕ ਹੈ, ਪਹਿਲੀ 5 ਸਾਲਾ ਯੋਜਨਾ ਸੀ ਜਿਸ ਦੇ ਵਿੱਚ ਮਿਸ਼ਰਤ ਅਰਥਚਾਰੇ ਦੀ ਚੋਣ ਕੀਤੀ ਗਈ ਸੀ। ਅਰਥ ਵਿਵਸਥਾ ਵਿੱਚ ਸਰਕਾਰ ਅਤੇ ਨਿੱਜੀ ਖੇਤਰ ਦੀ ਸਹਿ ਮੌਜੂਦਗੀ, ਸਰਕਾਰ ਅਤੇ ਨਿੱਜੀ ਖੇਤਰ ਦੇ ਵਿੱਚ, ਇਸ ਕਰਕੇ ਇਸ ਨੂੰ ਮਿਕਸਡ ਕਿਹਾ ਗਿਆ ਹੈ। ਪਹਿਲੀ
5 ਸਾਲਾ ਯੋਜਨਾ ਦੇ ਵਿੱਚ। ਨੈਕਸਟ ਕੁਐਸਚਨ, ਯੋਜਨਾ ਦੀ ਛੁੱਟੀ ਅਵਕਾਸ਼ ਕਦੋਂ ਘੋਸ਼ਿਤ ਕੀਤੀ ਗਈ ਸੀ? ਤਾਂ ਜੋ ਪਲਾਨਸ ਹੌਲੀਡੇ ਡਿਕਲੇਅਰ ਕੀਤੀ ਗਈ ਸੀ ਉਹ ਤੀਜੀ ਯੋਜਨਾ ਤੋਂ ਬਾਅਦ ਕੀਤੀ ਗਈ ਸੀ। ਆਪਸ਼ਨ ਨੰਬਰ ਏ ਰਾਈਟ ਆਨਸਰ ਗਾਈਜ਼। ਠੀਕ ਹੈ, ਯੋਜਨਾ ਦੀ ਛੁੱਟੀ ਸੀ ਜੋ ਹੌਲੀਡੇਜ਼ ਉਹ ਘੋਸ਼ਿਤ ਕੀਤੀ ਗਈ ਸੀ ਤੀਜੀ ਯੋਜਨਾ ਤੋਂ ਬਾਅਦ। ਅਤੇ ਜੋ ਇਹ ਯੋਜਨਾ ਦੀ ਛੁੱਟੀ ਸੀ ਸੋ ਇਸ ਦਾ ਮੁੱਖ ਕਾਰਨ ਭਾਰਤ ਅਤੇ ਪਾਕਿਸਤਾਨ ਦਾ ਜੋ ਯੁੱਧ ਸੀ ਇਹ ਮੁੱਖ ਕਾਰਨ ਸੀ ਇਸ ਦੇ ਵਿੱਚ। ਅਤੇ ਇਹ ਯੋਜਨਾ ਸੀ ਜੋ ਤੀਜੀ ਯੋਜਨਾ ਅਸਫਲ ਰਹੀ ਸੀ। ਨੈਕਸਟ ਕੁਐਸਚਨ, ਜਵਾਹਰ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ। ਜਵਾਹਰ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ ਯਾਨੀ ਕਿ ਲਾਂਚ ਕੀਤੀ ਗਈ ਸੀ ਇਹ 7ਵੀਂ 5 ਸਾਲਾ ਯੋਜਨਾ ਦੇ ਵਿੱਚ। ਆਪਸ਼ਨ ਨੰਬਰ ਡੀ ਰਾਈਟ ਆਨਸਰ। 7ਵੀਂ 5 ਸਾਲਾ ਯੋਜਨਾ ਦੇ ਅੰਦਰ ਜਵਾਹਰ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ ਇਹ ਕਦੋਂ ਸ਼ੁਰੂ ਕੀਤੀ ਗਈ ਸੀ? 1 ਅਪ੍ਰੈਲ 1999 ਦੇ ਵਿੱਚ। ਠੀਕ ਹੈ, 1 ਅਪ੍ਰੈਲ 1999 ਦਾ ਸਮਾਂ ਸੀ ਜਦੋਂ ਜਵਾਹਰ ਲਾਲ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਸੀ ਸੋ ਅੰਡਰ 7ਵੀਂ 5 ਸਾਲਾ ਯੋਜਨਾ ਦੇ ਵਿੱਚ। ਨੈਕਸਟ ਕੁਐਸਚਨ ਵੇਖਦੇ ਹਾਂ, ਡੈਸ਼ ਦੇ ਵਿਚਕਾਰ 3 ਸਾਲਾਨਾ ਯੋਜਨਾ ਸ਼ੁਰੂ ਕੀਤੀ ਗਈ ਸੀ। ਰਾਈਟ ਆਨਸਰ ਇਜ਼ ਦਾ ਆਪਸ਼ਨ ਨੰਬਰ ਬੀ 1966 ਤੋਂ 1969 ਤੱਕ ਦੀ। ਕਿਉਂਕਿ ਜੋ ਯੋਜਨਾ ਛੁੱਟੀ ਸੀ ਠੀਕ ਹੈ ਉਹ ਇਸ ਦੇ ਅੰਡਰ ਹੀ ਹੋਈ ਸੀ ਜਿਹਦੇ ਵਿੱਚ ਯੁੱਧ ਹੋਇਆ ਸੀ ਭਾਰਤ ਅਤੇ ਪਾਕਿਸਤਾਨ ਦਾ। ਠੀਕ ਹੈ, ਸੋ ਉਸ ਤੋਂ ਬਾਅਦ ਜੋ ਆਪਣੀ ਯੋਜਨਾ ਸੀ ਉਹ 'ਚ ਛੁੱਟੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਨਵੀਂ ਹੀ ਸੋ ਸਾਲਾਨਾ ਯੋਜਨਾ ਬਣੀ ਸੀ ਇਹਨਾਂ ਤੋਂ ਬਾਅਦ। ਸੋ 3 ਸਾਲਾਨਾ ਯੋਜਨਾ ਬਣੀ ਸੀ 1966 ਅਤੇ 1969 ਤੱਕ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਹ। ਨੈਕਸਟ ਕੁਐਸਚਨ, ਰਾਸ਼ਟਰੀ ਵਿਕਾਸ ਪ੍ਰੀਸ਼ਦ ਵਿੱਚ ਸ਼ਾਮਲ ਹੈ। ਰਾਸ਼ਟਰੀ ਵਿਕਾਸ ਪ੍ਰੀਸ਼ਦ ਦੇ ਵਿੱਚ ਕੌਣ ਕੌਣ ਸ਼ਾਮਲ ਹੁੰਦੇ ਨੇ? ਰਾਈਟ ਆਨਸਰ ਆਪਸ਼ਨ ਨੰਬਰ ਡੀ ਏ ਅਤੇ ਸੀ, ਯੋਜਨਾ ਕਮਿਸ਼ਨ ਦੇ ਮੈਂਬਰ ਅਤੇ ਰਾਜਾਂ ਦੇ ਮੁੱਖ ਮੰਤਰੀ। ਅਤੇ ਹੋਰ ਵੀ ਰਾਸ਼ਟਰੀ ਵਿਕਾਸ ਪ੍ਰੀਸ਼ਦ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਜਿਹਨੂੰ ਕਿ ਆਪਾਂ ਦੇਖੋ ਨੈਸ਼ਨਲ ਡਿਵੈਲਪਮੈਂਟ ਕਾਊਂਸਲ ਕਹਿੰਦੇ ਹਾਂ। ਸੋ ਸ਼ਾਰਟ ਫਾਰਮ ਦੇ ਵਿੱਚ NDC ਵੀ ਲਿਖਿਆ ਹੁੰਦਾ ਕਈ ਵਾਰ। ਸੋ ਨੈਸ਼ਨਲ ਡਿਵੈਲਪਮੈਂਟ ਕਾਊਂਸਲ। ਅਤੇ ਹੋਰ ਕਿਹੜੇ ਕਿਹੜੇ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਆਓ ਵੇਖਦੇ ਹਾਂ ਜਾਣਕਾਰੀ ਦੇ ਤੌਰ 'ਤੇ। ਤਾਂ ਵੇਖੋ ਗਾਈਜ਼, ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ NDC ਦੇ ਚੇਅਰਮੈਨ ਨੇ, ਸਾਰੇ ਰਾਜਾਂ ਦੇ ਮੁੱਖ ਮੰਤਰੀ ਅਤੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਬੰਧਕ, ਸਾਰੇ ਕੈਬਨਿਟ ਮੰਤਰੀ ਅਤੇ ਯੋਜਨਾ ਕਮਿਸ਼ਨ ਦੇ ਮੈਂਬਰ। ਠੀਕ ਹੈ, ਇਹ ਤਾਂ ਆਪਾਂ ਵੇਖ ਹੀ ਲਏ। ਸੋ ਮੁੱਖ ਮੰਤਰੀ ਦਾ ਤਾਂ ਵੇਖ ਲਈ ਅਤੇ ਯੋਜਨਾ ਕਮਿਸ਼ਨ ਦੇ ਮੈਂਬਰ ਅਤੇ ਬਾਕੀ ਵੀ ਇਹ ਸਾਰੇ ਹੀ ਸੋ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ NDC ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਵੇਖਦੇ ਹਾਂ ਕਿ ਇਸ 5 ਸਾਲ ਯੋਜਨਾ ਦੇ ਖਤਮ ਹੋਣ ਤੋਂ ਬਾਅਦ ਰੋਲਿੰਗ ਯੋਜਨਾ 1978 ਤੋਂ 1990 ਤੱਕ ਲਾਗੂ ਹੋਈ। ਤਾਂ ਉਸ 5 ਸਾਲਾ ਯੋਜਨਾ ਸੀ ਗਾਈਜ਼ 5ਵੀਂ। ਆਪਸ਼ਨ ਨੰਬਰ ਏ ਰਾਈਟ ਆਨਸਰ। 5th ਜੋ 5 ਸਾਲਾ ਯੋਜਨਾ ਸੀ ਉਸ ਦੇ ਵਿੱਚ ਹੋਈ ਸੀ। ਸੋ ਇਹ ਜੋ ਯੋਜਨਾ ਸੀ ਖਤਮ ਹੋਣ ਤੋਂ ਬਾਅਦ ਰੋਲਿੰਗ ਯੋਜਨਾ 1978 ਤੋਂ 1990 ਤੱਕ। ਅਤੇ ਇਸ ਦੇ ਨਾਲ ਵੀ ਜਾਣਕਾਰੀ ਵੇਖਦੇ ਹਾਂ ਆਪਾਂ। ਦੇਖੋ ਰੋਲਿੰਗ ਯੋਜਨਾ ਤਹਿਤ 3 ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਸਨ। 3 ਕਿਹੜੀਆਂ ਸੀ? ਮੌਜੂਦਾ ਸਾਲ ਦੇ ਬਜਟ ਦੇ ਲਈ, ਦੂਜੀ ਸੀ ਯੋਜਨਾ ਨਿਸ਼ਚਿਤ ਸਾਲਾਂ ਲਈ ਯਾਨੀ ਕਿ 3, 4 ਜਾਂ ਫਿਰ 5 ਸਾਲਾਂ ਦੇ ਲਈ, ਲੰਮੇ ਸਮੇਂ ਦੀ ਪਰਿਪੇਖ ਵਾਲੀ ਯੋਜਨਾ 10, 15 ਜਾਂ 20 ਸਾਲ ਦੇ ਵਿੱਚ। ਅਤੇ 1980 ਦੇ ਵਿੱਚ ਕਾਂਗਰਸ ਨੇ ਰੋਲਿੰਗ ਯੋਜਨਾ ਨੂੰ ਰੱਦ ਕਰ ਦਿੱਤਾ ਅਤੇ ਇੱਕ ਨਵੀਂ 6ਵੀਂ 5 ਸਾਲਾ ਯੋਜਨਾ ਪੇਸ਼ ਕੀਤੀ ਸੀ। ਠੀਕ ਹੈ, ਸੋ ਰੋਲਿੰਗ ਯੋਜਨਾ ਤੋਂ ਬਾਅਦ ਹੀ 6ਵੀਂ 5 ਸਾਲਾ ਯੋਜਨਾ ਤਿਆਰ ਕੀਤੀ ਗਈ ਸੀ। ਤਾਂ ਇਹ ਜੋ ਰੋਲਿੰਗ ਯੋਜਨਾ ਸੀ ਇਹ 5ਵੀਂ 5 ਸਾਲਾ ਯੋਜਨਾ ਦੇ ਵਿੱਚ ਅੰਡਰ ਆਉਂਦੀ ਸੀ ਇਹ। ਨੈਕਸਟ ਕੁਐਸਚਨ ਆ ਗਿਆ, ਕਿਸ ਯੋਜਨਾ ਲਈ ਮਨੁੱਖੀ ਸਰੋਤਾਂ ਦੇ ਵਿਕਾਸ ਅਰਥਾਤ ਰੁਜ਼ਗਾਰ, ਸਿੱਖਿਆ ਅਤੇ ਜਨਤਕ ਸਿਹਤ ਨੂੰ ਪਹਿਲ ਦਿੱਤੀ ਗਈ ਸੀ? ਉਸ 5 ਸਾਲਾ ਯੋਜਨਾ ਦਾ ਨਾਮ ਹੈ ਰਾਈਟ ਆਨਸਰ ਆਪਸ਼ਨ ਨੰਬਰ ਡੀ 8ਵੀਂ 5 ਸਾਲਾ ਯੋਜਨਾ ਵਿੱਚ ਮਨੁੱਖੀ ਸਰੋਤਾਂ ਦੇ ਵਿਕਾਸ ਅਰਥਾਤ ਕੀ ਸੀ ਉਸ ਵਿੱਚ? ਰੁਜ਼ਗਾਰ ਆ ਗਿਆ, ਸਿੱਖਿਆ ਆ ਗਿਆ, ਜਨਤਕ ਸਿਹਤ ਉਸ ਦੇ ਵਿੱਚ ਪਹਿਲ ਦਿੱਤੀ ਗਈ ਸੀ। ਸੋ 8ਵੀਂ 5 ਸਾਲਾ ਯੋਜਨਾ ਦੇ ਵਿੱਚ। ਅਤੇ ਜੋ ਇਸ ਦੀ ਮਿਆਦ ਸੀ ਗਾਈਸ ਉਹ 1992 ਤੋਂ 1997 ਤੱਕ ਸੀ ਅਤੇ ਇਸ ਦੀ ਪ੍ਰਧਾਨਗੀ ਸੋ PV ਨਰਸਿਮਹਾ ਰਾਓ ਜੀ ਨੇ ਕੀਤੀ ਸੀ। ਠੀਕ ਹੈ ਨਾ, ਨਾਮ ਯਾਦ ਰੱਖਿਓ। ਸੋ ਕਈ ਵਾਰ ਕੁਐਸਚਨ ਇਹਨਾਂ ਦੇ ਵਿੱਚ ਹੀ ਬਣ ਜਾਂਦਾ ਹੈ ਵੀ ਜੋ 8ਵੀਂ 5 ਸਾਲਾ ਯੋਜਨਾ ਸੀ ਉਹਨਾਂ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? PV ਨਰਸਿਮਹਾ ਰਾਓ। ਅਤੇ ਸਮਾਂ ਸੀ ਇਸਦਾ 1992 ਤੋਂ ਲੈ ਕੇ 1997 ਤੱਕ ਦਾ। ਨੈਕਸਟ ਕੁਐਸਚਨ, 9ਵੀਂ 5 ਸਾਲਾ ਯੋਜਨਾ ਦਾ ਮੁੱਖ ਫੋਕਸ ਕੀ ਰੱਖਿਆ ਗਿਆ ਸੀ? ਸੋ 9th 5 ਈਅਰ ਪਲਾਨ ਦਾ ਜੋ ਮੁੱਖ ਫੋਕਸ ਰੱਖਿਆ ਗਿਆ ਸੀ ਆਪਸ਼ਨ ਨੰਬਰ ਬੀ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਨਾਲ ਵਿਕਾਸ। ਸਮਾਜਿਕ ਨਿਆਂ ਅਤੇ ਸਮਾਨਤਾ ਦੇ ਨਾਲ ਵਿਕਾਸ ਜੋ ਕਿ 9ਵੀਂ 5 ਸਾਲ ਯੋਜਨਾ ਦੇ ਸੋ ਮੇਨ ਫੋਕਸ ਰੱਖਿਆ ਗਿਆ ਸੀ ਇਸਦਾ। ਅਤੇ ਇਸ ਦਾ ਸਮਾਂ ਕਾਲ ਕੀ ਸੀ?
ਇਸ ਦਾ ਸਮਾਂ 1997 ਤੋਂ ਲੈ ਕੇ 2002 ਤੱਕ ਸੋ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਸੀ। ਇਸ ਦੀ ਸ਼ੁਰੂਆਤ ਭਾਰਤ ਦੀ ਆਜ਼ਾਦੀ ਦੇ 50ਵੇਂ ਸਾਲ ਵਿੱਚ ਹੋਈ ਸੀ। ਠੀਕ ਹੈ, ਤਾਂ ਯਾਦ ਰੱਖਣਾ ਹੈ ਇਹ ਕੁਐਸਚਨ ਇੰਪੋਰਟੈਂਟ ਹੈ। ਭਾਰਤ ਦੀ ਆਜ਼ਾਦੀ ਦੇ 50ਵੇਂ ਸਾਲ ਦੇ ਵਿੱਚ ਹੋਈ ਸੀ ਜੋ ਇਹ ਯੋਜਨਾ ਸੀ। ਠੀਕ ਹੈ, ਸੋ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਹੋਈ ਸੀ ਇਹ। ਸੋ ਸਮਾਂ ਸੀ 1997 ਤੋਂ 2002 ਤੱਕ ਦਾ। ਨੈਕਸਟ ਕੁਐਸਚਨ, 12ਵੀਂ ਪੰਜਸਾਲਾ ਯੋਜਨਾ ਦਾ ਸਮਾਂ ਕੀ ਸੀ ਜਿਸ ਦਾ ਮੁੱਖ ਥੀਮ ਸੀ ਜੋ ਤੇਜ਼, ਵਧੇਰੇ, ਸਮਲਿਤ ਅਤੇ ਟੀਚਾ ਵਿਕਾਸ ਸੀ। ਤਾਂ ਇਸ ਦਾ ਸਮਾਂ ਸੀਗਾ ਜੀ 2012 ਤੋਂ 2017 ਤੱਕ ਦਾ। ਆਪਸ਼ਨ ਨੰਬਰ ਏ ਰਾਈਟ ਆਨਸਰ। ਠੀਕ ਹੈ, ਸੋ 12ਵੀਂ ਪੰਜਸਾਲਾ ਯੋਜਨਾ ਸੋ ਮਾਰਚ ਦੇ ਵਿੱਚ ਖਤਮ ਹੋ ਗਈ ਸੀ। 2012 ਤੋਂ 2017 ਤੱਕ ਇਹ ਸਮਾਂ ਕਾਲ ਸੀ ਇਸਦਾ। ਅਤੇ ਇਸ ਨਾਲ ਵੀ ਬਹੁਤ ਬਣਮੁੱਲੀ ਜਾਣਕਾਰੀ ਦੇਖੋ ਤੁਸੀਂ। ਇਹ ਯੋਜਨਾ ਮਨਮੋਹਨ ਸਿੰਘ ਦੀ ਅਗਵਾਈ ਦੇ ਹੇਠ ਸੀ ਅਤੇ ਭਾਰਤ ਵਰਗੇ ਵਿਭਿੰਨ ਅਤੇ ਵੱਡੇ ਦੇਸ਼ ਲਈ ਸੋ ਕੇਂਦਰੀਕਰਨ ਦੀ ਯੋਜਨਾ ਇੱਕ ਆਕਾਰ ਦੇ ਸਾਰੇ ਪਹੁੰਚ ਦੇ ਕਾਰਨ ਇੱਕ ਬਿੰਦੂ ਤੋਂ ਬਾਹਰ ਕੰਮ ਨਹੀਂ ਕਰ ਸਕਦੀ। ਸੋ ਇਸ ਲਈ NDA ਸਰਕਾਰ ਨੇ ਯੋਜਨਾ ਕਮਿਸ਼ਨ ਨੂੰ ਭੰਗ ਕਰ ਦਿੱਤਾ ਅਤੇ ਜਿਸ ਨੂੰ ਨੀਤੀ ਆਯੋਗ ਦੇ ਵਿੱਚ ਤਬਦੀਲ ਕਰ ਦਿੱਤਾ। ਸੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ ਕਿਉਂਕਿ ਇਸ ਯੋਜਨਾ ਦੇ ਵਿੱਚ ਹੀ ਸੋ ਜੋ ਯੋਜਨਾ ਕਮਿਸ਼ਨ ਸੀ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਆਪਾਂ ਜੋ ਹੁਣ ਨਾਮ ਪੜ੍ਹਦੇ ਹਾਂ ਨੀਤੀ ਆਯੋਗ, ਸੋ ਇਸ ਦੇ ਵਿੱਚ ਹੀ ਲਾਗੂ ਕਰ ਦਿੱਤਾ ਗਿਆ ਸੀ। ਠੀਕ ਹੈ, ਸੋ ਨੈਸ਼ਨਲ ਡਿਵੈਲਪਮੈਂਟ ਸੋ ਜੋ ਕੌਂਸਲ ਸੀ ਉਸਨੇ ਹੀ ਯੋਜਨਾ ਕਮਿਸ਼ਨ ਨੂੰ ਭੰਗ ਕੀਤਾ ਸੀ। ਸੋ ਨਵੀਂ ਬਣ ਗਈ ਸੀ ਨੀਤੀ ਆਯੋਗ। ਠੀਕ ਹੈ ਗਾਇਸ, ਯਾਦ ਰੱਖਿਓ ਇੰਪੋਰਟੈਂਟ ਕੁਐਸਚਨ ਹੈ ਬਹੁਤ ਜ਼ਿਆਦਾ। ਨੈਕਸਟ ਕੁਐਸਚਨ, LPG ਮਾਡਲ ਆਫ ਡਿਵੈਲਪਮੈਂਟ ਨੂੰ ਤਤਕਾਲੀ ਵਿੱਤ ਮੰਤਰੀ ਦੁਆਰਾ ਪੇਸ਼ ਕੀਤਾ ਗਿਆ ਸੀ। ਤਾਂ ਉਸ ਸਮੇਂ ਕੌਣ ਸੀ ਵਿੱਤ ਮੰਤਰੀ? ਤਾਂ ਗਾਇਸ ਉਹਨਾਂ ਦਾ ਨਾਮ ਹੈ ਡਾਕਟਰ ਮਨਮੋਹਨ ਸਿੰਘ। ਆਪਸ਼ਨ ਨੰਬਰ ਸੀ ਰਾਈਟ ਆਨਸਰ। ਸੋ LPG ਮਾਡਲ ਆਫ ਡਿਵੈਲਪਮੈਂਟ ਨੂੰ ਤਤਕਾਲੀ ਵਿੱਤ ਮੰਤਰੀ ਸੀ ਜੋ ਮਨਮੋਹਨ ਸਿੰਘ, ਉਹਨਾਂ ਦੁਆਰਾ ਪੇਸ਼ ਕੀਤਾ ਗਿਆ ਸੀ। ਦੇਖੋ, ਭਾਰਤ ਦੇ ਵਿੱਚ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ 1991 ਦੇ ਵਿੱਚ ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਅਤੇ ਉਸ ਸਮੇਂ ਦੇ ਵਿੱਤ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਸੀ। ਠੀਕ ਹੈ, ਸੋ ਪ੍ਰਧਾਨ ਮੰਤਰੀ ਸੀ ਉਸ ਸਮੇਂ PM PV ਨਰਸਿਮਹਾ ਰਾਓ ਅਤੇ ਵਿੱਤ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਅਤੇ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ ਹੋਈ ਸੀ 1991 ਦੇ ਵਿੱਚ। ਸੋ ਜ਼ਿਆਦਾ ਮੈਂ ਜੋ ਇੰਪੋਰਟੈਂਟ ਦੱਸ ਰਿਹਾ ਸੋ ਕੁਐਸਚਨ ਇਹਨਾਂ ਦੇ ਵਿੱਚ ਵੀ ਬਣ ਸਕਦਾ ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜਾਣਕਾਰੀ। ਨੈਕਸਟ ਕੁਐਸਚਨ, ਅਤੇ ਕੁਐਸਚਨ ਗਾਈਜ਼ ਮੈਂ ਤੁਹਾਨੂੰ ਉੱਪਰ ਵੀ ਦੱਸਤਾ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਸੀ। ਠੀਕ ਹੈ, ਮੈਂ ਪਹਿਲੀ ਮਾਰਕ ਕਰ ਦਿੱਤਾ ਸੀ ਅਤੇ ਤੁਹਾਨੂੰ ਦੂਰੀ ਵਾਰ ਫਿਰ ਕੁਐਸਚਨ ਪੇਸ਼ ਕਰਤਾ ਤਾਂ ਜੋ ਤੁਹਾਨੂੰ ਅਲੱਗ ਤੋਂ ਹੁਣ ਚੰਗੀ ਤਰ੍ਹਾਂ ਯਾਦ ਹੋ ਜੇ। ਭਾਰਤੀ ਸੁਤੰਤਰਤਾ ਦੇ 50ਵੇਂ ਸਾਲ ਵਿੱਚ ਲਾਂਚ ਕੀਤੀ ਗਈ ਯੋਜਨਾ ਸੀ। ਤਾਂ ਇਹ ਕਿਹੜੀ ਯੋਜਨਾ ਦੇ ਅੰਡਰ ਸੀ? ਆਪਸ਼ਨ ਨੰਬਰ B ਤੁਹਾਨੂੰ ਯਾਦ ਆ ਗਿਆ ਹੋਣਾ। ਸੋ 9ਵੀਂ ਪੰਜਸਾਲਾ ਯੋਜਨਾ ਦੇ ਵਿੱਚ। ਠੀਕ ਹੈ, ਤਾਂ ਮੈਂ ਦੁਬਾਰਾ ਫਿਰ ਕਹਿ ਰਿਹਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਇਹ, ਤਾਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ, 20 ਪੁਆਇੰਟ ਪ੍ਰੋਗਰਾਮ ਕਿਸ ਸਾਲ ਵਿੱਚ ਸ਼ੁਰੂ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਗਾਇਸ 1975 ਦੇ ਵਿੱਚ। ਆਪਸ਼ਨ ਨੰਬਰ C ਰਾਈਟ ਆਨਸਰ। 20 ਪੁਆਇੰਟ ਪ੍ਰੋਗਰਾਮ 1975 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਦੇ ਵਿੱਚ ਕੀ ਸੀ? ਸੋ 20 ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ 1975 ਵਿੱਚ ਕੀਤੀ ਗਈ ਸੀ ਅਤੇ ਬਾਅਦ ਦੇ ਵਿੱਚ 1982 ਵਿੱਚ ਅਤੇ ਫਿਰ 1986 ਦੇ ਵਿੱਚ ਇਸ ਦਾ ਪੁਨਰਗਠਨ ਕੀਤਾ ਗਿਆ ਸੀ। ਠੀਕ ਹੈ ਗਾਇਸ, ਯਾਨੀ ਕਿ ਤਬਦੀਲੀਆਂ ਇਸ ਦੇ ਵਿੱਚ ਹੋ ਚੁੱਕੀਆਂ ਸੀ ਅਤੇ ਪੁਨਰਗਠਨ ਪ੍ਰੋਗਰਾਮ 2006 ਵਿੱਚ 20 ਪ੍ਰੋਗਰਾਮ ਸੋ 20 ਪੁਆਇੰਟ ਪ੍ਰੋਗਰਾਮ ਸੀ ਜੋ ਉਸ ਨੂੰ ਜਾਣਿਆ ਜਾਂਦਾ ਸੀ ਅਤੇ 1 ਅਪ੍ਰੈਲ 2007 ਤੋਂ ਇਹ ਲਾਗੂ ਹੋਇਆ ਸੀ। ਠੀਕ ਹੈ, ਮਤਲਬ ਕਿ ਕੀ ਸੀਗਾ ਮੋਟਾ ਮੋਟਾ ਤਾਂ ਮੈਂ ਦੱਸਦਾ। ਸੋ 20 ਪੁਆਇੰਟ ਇਸ ਦੇ ਵਿੱਚ ਸੋ ਵਿਕਾਸ ਦੇ ਆਧਾਰ 'ਤੇ ਰੱਖੇ ਗਏ ਸੀ, ਜਿਵੇਂ ਕਿ ਸੋ ਹੈਲਥ ਦੇ ਪ੍ਰਤੀ ਲੈ ਕੇ ਸੋ ਸਿੱਖਿਆ ਪ੍ਰਤੀ। ਠੀਕ ਹੈ, ਸੋ ਔਰਤਾਂ ਦੀ ਸਥਿਤੀ ਨੂੰ ਸੁਧਾਰਨਾ ਅਤੇ ਪਿੰਡਾਂ ਦੀ ਸਥਿਤੀ ਨੂੰ ਸੁਧਾਰਨਾ ਅਤੇ ਬੱਚਿਆਂ ਦੇ ਵੱਲ ਧਿਆਨ ਦੇਣਾ। ਠੀਕ ਹੈ, ਚੰਗਾ ਖਾਣਾ ਪ੍ਰਦਾਨ ਕਰਨਾ, ਫੂਡ। ਸੋ ਇਸ ਤਰ੍ਹਾਂ ਦੇ 20 ਪੁਆਇੰਟ ਸੀ ਜਿਹੜੀ ਕਿ ਇਸ ਦੇ ਵਿੱਚ ਯੋਜਨਾ ਦੇ ਅੰਡਰ ਆਉਂਦੀ ਸੀ, ਇਸ ਕਰਕੇ ਇਸ ਨੂੰ ਨਾਮ ਦਿੱਤਾ ਗਿਆ ਹੈ 20 ਪੁਆਇੰਟ ਪ੍ਰੋਗਰਾਮ। ਠੀਕ ਹੈ, ਤਾਂ ਇਹ ਮੋਟੇ ਮੋਟੇ ਜਾਣਕਾਰੀ ਸੀ, ਯਾਦ ਰੱਖਣੀ ਤੁਸੀਂ। ਨੈਕਸਟ ਕੁਐਸਚਨ, ਭਾਰਤ ਦੇ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਕੌਣ ਸੀ? ਰਾਈਟ ਆਨਸਰ ਇਸ ਦਾ ਆਪਸ਼ਨ ਨੰਬਰ A ਮੋਂਟੇਗ ਸਿੰਘ ਆਹਲੂਵਾਲੀਆ। ਠੀਕ ਹੈ, ਭਾਰਤ ਦੇ ਯੋਜਨਾ ਕਮਿਸ਼ਨ ਦੇ ਜੋ ਉਪ ਚੇਅਰਮੈਨ ਸੀ ਮੋਂਟੇਗ ਸਿੰਘ ਆਹਲੂਵਾਲੀਆ। ਅਤੇ ਜਾਣਕਾਰੀ ਵਿੱਚ ਤੁਹਾਨੂੰ ਕੁਐਸਚਨ ਸਮਝ ਲੱਗੇਗਾ। ਦੇਖੋ, ਮੋਂਟੇਗ ਸਿੰਘ ਆਹਲੂਵਾਲੀਆ ਕਮਿਸ਼ਨ ਦਾ ਸੋ ਆਖਰੀ ਉਪ ਚੇਅਰਮੈਨ ਨੇ ਜਿਨ੍ਹਾਂ ਨੇ ਕਿ 26 ਮਈ 2014 ਨੂੰ ਅਸਤੀਫਾ ਦੇ ਦਿੱਤਾ ਸੀ। ਠੀਕ ਹੈ, ਅਤੇ 12ਵੀਂ ਯੋਜਨਾ ਸੀ ਮਾਰਚ 2017 ਦੇ ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ ਸੀ। ਮਤਲਬ ਕੀ ਸੀ ਗਾਈਸ, ਸੋ ਉਹਨਾਂ ਤੋਂ ਬਾਅਦ ਕੋਈ ਇਹਨਾਂ ਦੇ ਚੇਅਰਮੈਨ ਨਹੀਂ ਨਿਯੁਕਤ ਕੀਤਾ ਗਿਆ। ਠੀਕ ਹੈ, ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਕੋਈ ਨਿਯੁਕਤ ਨਹੀਂ ਕੀਤਾ ਗਿਆ
ਤੇ ਜੋ ਯੋਜਨਾ ਸੀ ਇਹ ਵੀ ਸਮਾਪਤ ਕਰ ਦਿੱਤੀ ਗਈ ਸੀ। ਤੇ ਨੈਕਸਟ ਬਣ ਗਈ ਸੀ ਨੀਤੀ ਆਯੋਗ। ਠੀਕ ਹੈ, ਸੋ ਉਹਨਾਂ ਨੂੰ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਅੱਗੇ। ਠੀਕ ਹੈ, ਤਾਂ ਯਾਦ ਰੱਖਣਾ ਹੈ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਦੁਬਾਰਾ ਤੋਂ ਪੜ੍ਹ ਲਓ। ਸੋ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਸੀ ਆਖਰੀ ਸੋ ਮੋਂਟੇਗ ਸਿੰਘ ਆਹਲੂਵਾਲੀਆ, ਇਹ ਆਖਰੀ ਸੀ। ਨੈਕਸਟ ਕੁਐਸਚਨ, ਕੌਮੀ ਵਿਕਾਸ ਪ੍ਰੀਸ਼ਦ ਦਾ ਗਠਨ ਕੀਤਾ ਗਿਆ ਸੀ। ਉਹੀ ਹੈਗਾ ਇਸ ਨੈਸ਼ਨਲ ਡਿਵੈਲਪਮੈਂਟ ਕਾਊਂਸਿਲ। ਸੋ ਇਸ ਦਾ ਜੋ ਗਠਨ ਕੀਤਾ ਗਿਆ ਸੀ, ਰਾਈਟ ਆਨਸਰ ਆਪਸ਼ਨ ਨੰਬਰ ਬੀ 6 ਅਗਸਤ 1952 ਦੇ ਵਿੱਚ ਨੈਸ਼ਨਲ ਡਿਵੈਲਪਮੈਂਟ ਕਾਊਂਸਿਲ ਦਾ ਜੋ ਗਠਨ ਕੀਤਾ ਗਿਆ ਸੀ। ਸੋ 6 ਅਗਸਤ 1952 ਦੇ ਵਿੱਚ ਇਹ ਗਠਨ ਕੀਤਾ ਗਿਆ ਸੀ ਇਸ ਦਾ। ਤਾਂ ਕਈ ਵਾਰ ਕੁਐਸਚਨ ਬਣ ਜਾਂਦਾ ਐਗਜ਼ਾਮ ਦੇ ਵਿੱਚ, ਯਾਦ ਰੱਖਣਾ ਇਸ ਨੂੰ। ਨੈਕਸਟ ਕੁਐਸਚਨ, ਭਾਰਤ ਦੇ ਯੋਜਨਾ ਕਮਿਸ਼ਨ ਦੀ ਸਥਾਪਨਾ ਹੇਠਲੇ ਕਿਸ ਤਰੀਕੇ ਨਾਲ ਕੀਤੀ ਗਈ ਸੀ। ਤਾਂ ਇਹ ਕੀਤੀ ਗਈ ਸੀ ਕੈਬਨਿਟ ਮਤੇ ਦੇ ਆਧਾਰ 'ਤੇ, ਆਪਸ਼ਨ ਨੰਬਰ ਡੀ। ਸੋ ਯੋਜਨਾ ਕਮਿਸ਼ਨ ਦੀ ਸਥਾਪਨਾ ਜਦੋਂ ਕੀਤੀ ਗਈ ਸੀ ਉਹ ਕੈਬਨਿਟ ਮਤੇ ਦੇ ਆਧਾਰ 'ਤੇ ਕੀਤੀ ਗਈ ਸੀ। ਤੇ ਯੋਜਨਾ ਕਮਿਸ਼ਨ ਦੀ ਸਥਾਪਨਾ ਮਾਰਚ 1950 ਦੇ ਵਿੱਚ ਭਾਰਤ ਸਰਕਾਰ ਦੇ ਕੈਬਨਿਟ ਮਤੇ ਦੁਆਰਾ ਕੀਤੀ ਗਈ ਸੀ। ਤੇ ਜਵਾਹਰ ਲਾਲ ਨਹਿਰੂ ਯੋਜਨਾ ਕਮਿਸ਼ਨ ਦੇ ਪਹਿਲੇ ਚੇਅਰਮੈਨ ਸਨ। ਠੀਕ ਹੈ ਗਾਇਸ, ਤਾਂ ਇਹ ਜਾਣਕਾਰੀ ਨੋਟ ਰੱਖਿਓ। ਸੋ ਜਵਾਹਰ ਲਾਲ ਨਹਿਰੂ ਸੀ ਜੋ ਯੋਜਨਾ ਕਮਿਸ਼ਨ ਦੇ ਪਹਿਲੇ ਚੇਅਰਮੈਨ ਸੀ। ਨੈਕਸਟ ਕੁਐਸਚਨ ਹੈ ਗਾਇਸ, ਤੇ ਆਪਣੇ ਕੋਲ ਲਾਸਟ ਕੁਐਸਚਨ ਹੈ ਜੀ ਇਸ ਕਲਾਸ ਦਾ। ਪੰਜਵੀਂ ਪੰਜ ਸਾਲਾ ਯੋਜਨਾ ਕਿਸ ਵੱਲੋਂ ਤਿਆਰ ਕੀਤੀ ਗਈ ਸੀ। ਦੇਖੋ ਕੁਐਸਚਨ ਇਸ ਟਾਈਪ ਦਾ ਵੀ ਬਣ ਸਕਦਾ ਕਈ ਵਾਰ ਐਗਜ਼ਾਮ ਦੇ ਵਿੱਚ। ਰਾਈਟ ਆਨਸਰ ਆਪਸ਼ਨ ਨੰਬਰ ਡੀ ਡੀਪੀ ਦਰ ਦੁਆਰਾ। ਡੀਪੀ ਦਰ ਦੁਆਰਾ ਪੰਜਵੀਂ ਪੰਜ ਸਾਲਾ ਯੋਜਨਾ ਤਿਆਰ ਕੀਤੀ ਗਈ ਸੀ। ਤੇ ਜਾਣਕਾਰੀ ਵੇਖੋ। ਸੋ ਇਸ ਦਾ ਜੋ ਪਾਲਣ ਸੀ 1974 ਤੋਂ 1979 ਤੱਕ ਹੋਇਆ ਸੀ। ਤੇ ਘੱਟੋ ਘੱਟ ਲੋੜਾਂ ਦਾ ਪ੍ਰੋਗਰਾਮ ਸੋ ਪੰਜਵੀਂ ਪੰਜ ਸਾਲਾ ਯੋਜਨਾ ਦੇ ਪਹਿਲੇ ਸਾਲਾਂ ਵਿੱਚ ਪੇਸ਼ ਕੀਤਾ ਗਿਆ ਸੀ। ਪ੍ਰੋਗਰਾਮ ਦਾ ਉਦੇਸ਼ ਸੀ ਜੋ ਮੁੱਢਲੀਆਂ ਘੱਟੋ ਘੱਟ ਜ਼ਰੂਰਤਾਂ ਪ੍ਰਦਾਨ ਕਰਨਾ ਅਤੇ ਇਸ ਨਾਲ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਸੀ। ਤੇ ਡੀਪੀ ਦਰ ਨੇ ਇਹ ਤਿਆਰ ਕੀਤਾ ਸੀ ਅਤੇ ਲਾਂਚ ਕੀਤਾ ਸੀ। ਠੀਕ ਹੈ, ਸੋ ਇਹ ਪ੍ਰੋਗਰਾਮ ਸੀ ਜੋ ਤਾਂ ਹੀ ਇਹਨਾਂ ਨੂੰ ਨਾਮ ਦਿੱਤਾ ਗਿਆ ਡੀਪੀ ਦਰ। ਸੋ ਇਹਨਾਂ ਨੇ ਹੀ ਤਿਆਰ ਕੀਤਾ ਸੀ ਅਤੇ ਇਹਨਾਂ ਨੇ ਹੀ ਲਾਂਚ ਕੀਤਾ ਸੀ। ਤਾਂ ਗਾਇਸ ਦੇਖੋ ਆਪਣੀ ਬਹੁਤ ਜ਼ਿਆਦਾ ਇੰਪੋਰਟੈਂਟ ਕਲਾਸ ਅਟੈਂਡ ਹੋ ਗਈ ਸੋ ਐਗਜ਼ਾਮ ਨੂੰ ਲੈ ਕੇ। ਠੀਕ ਹੈ, ਜੇਕਰ ਤੁਸੀਂ ਪੰਜਾਬ ਪੁਲਿਸ ਦਾ ਐਗਜ਼ਾਮ ਦੇਣਾ ਹੈ ਤੇ ਪਟਵਾਰੀ ਦਾ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਕਲਾਸ ਹੈ। ਸੋ ਇੱਕ ਦੋ ਵਾਰੀ ਵੀਡੀਓ ਨੂੰ ਹੋਰ ਦੇਖ ਲਿਓ। ਠੀਕ ਹੈ, ਇਹਨਾਂ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਜ਼ਰੂਰ ਬਣਦਾ ਐਗਜ਼ਾਮ ਦੇ ਵਿੱਚ। ਤਾਂ ਤੁਹਾਡੀ ਇਹ ਕਲਾਸ ਕੰਪਲੀਟ ਕਰਾਤੀ ਸੋ ਜਾਣਕਾਰੀ ਤੌਰ 'ਤੇ। ਠੀਕ ਹੈ, ਤੇ ਵੀਡੀਓ ਕਿਵੇਂ ਲੱਗੀ ਇਸ ਲਈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ। ਚੈਨਲ 'ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਸੋ ਪੰਜਾਬ ਰਿਲੇਟਡ ਸਮੇਂ-ਸਮੇਂ ਦੇ ਉੱਪਰ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦਾ ਰਹੇ ਅਤੇ ਤੁਸੀਂ ਸਾਡੇ ਨਾਲ ਜੁੜ ਕੇ ਸਾਰੀ ਜੋ ਸਿਲੇਬਸ ਹੈ ਉਹ ਕੰਪਲੀਟ ਕਰ ਸਕੋ ਇਸੇ ਤਰ੍ਹਾਂ। ਠੀਕ ਹੈ, ਤੁਹਾਨੂੰ ਸਿਲੇਬਸ ਦੇ ਆਧਾਰ 'ਤੇ ਤਿਆਰੀ ਕਰਾਈ ਜਾ ਰਹੀ ਹੈ। ਠੀਕ ਹੈ, ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਵਿੱਚ। ਓਕੇ, ਥੈਂਕ ਯੂ, ਥੈਂਕਸ ਫॉर ਵਾਚਿੰਗ।